श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यागो हृदय त्यागो श्री गुरु रामदास गुण गावो श्री अर्जुन विघ्नन के नाशक विघ्नन के नाशक हरि गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह बिसाला तरों तरा पर पुन पुन सीसा पुन पुन सीसा बंदों बार बार जगदीशा जिसमें है मृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकार सतगुरु ते प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए पूर्व पता लियो पल देखी उर मह शरदा तरों विशेखी जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर संध्या वेले के दीवाना दौरान हाजरियां भर रहे सत्कारयोग सत्संगी जदों दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की अपार कृपा के सदका असी अपनी रोज़मर्रा की जिंदगी दे विचों कुछ समा कढ के उस समय नूं कीमती बनाउण दे वास्ते सतगुरां जी की पावन पवित्र हजूरी अंदर जुड़ मिल बैठ के जिथे सतगुरां जी की पावन बाणी का रस भिन्ना कीर्तन सरवण करते हाँ नाल ही नाल सतगुरां जी के जीवन दे विचों जो लड़ीवार इतिहासक कथा विचारा होंदियां ने उन्हां दे नाल साझ पाउण दा भी यतन करते हाँ। बड़े इकाग्र चित्त दे नाल आप जियां ने बच्ची दे पासों सतगुरां जी की पावन बाणी का सरवण किया है। आओ कथा की आरंभता करन तो पहला अज दे इस लड़ीवार प्रसंग नूं शुरू करन तो पहला कुछ पंछी झात पिछले दीवाना विच मार लईए तां जो अज की इस लड़ी नूं समझण दे विच असीं सोख महसूस कर सकीए। पिछले दीवाना दे विच असीं धन गुरु नानक साहिब जी महाराज जी के जीवन के बाबत श्री गुरु नानक प्रकाश दे विचों पूर्वराध अध्याय 20वें का प्रसंग आरंभ किया सी, जिस दे विच असीं इत्थों तक विचार सरवण कर चुके हाँ कि धन गुरु नानक साहिब जी महाराज जी का रिश्ता पक्का कर दिता जाता। बाद दे विच सुल्तानपुर की धरती के उत्ते आके धन गुरु नानक साहिब जी महाराज
ਉਸੇ ਤਰ੍ਹਾਂ ਆਪਣੇ ਰੋਜ਼ਾਨਾ ਦੇ ਨਿਯਮ ਦੇ ਅਨੁਸਾਰ ਮੋਦੀਖਾਨੇ ਦੀ ਕਾਰ ਕਿਰਤ ਕਰਨ ਦੇ ਵਿੱਚ ਜੁਟ ਜਾਂਦੇ ਨੇ। ਨਗਰ ਦੇ ਲੋਕ ਜਿਹੜੇ ਕਿਤੇ ਨਾ ਕਿਤੇ, ਜਿਨ੍ਹਾਂ ਨੂੰ ਇਹ ਵੀ ਸੀ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਹੱਟੀ ਦੇ ਉੱਤੇ ਬੈਠਦੇ ਨੇ ਤਾਂ ਸਾਡੀ ਦੁਕਾਨ ਦੇ ਉੱਤੇ ਗ੍ਰਾਹਕ ਦਾ ਆਉਣਾ ਬਹੁਤ ਘਟ ਗਿਆ ਹੈ। ਜਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਦੁਕਾਨਦਾਰੀ ਦੇ ਨਾਲ ਉਹਨਾਂ ਦੇ ਦੂਜੇ ਲੋਕਾਂ ਦੀ ਦੁਕਾਨਦਾਰੀ ਨੂੰ ਫਰਕ ਪਿਆ। ਜਦ ਜਿਹੜੇ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਅੱਜ ਤੱਕ ਮੋਦੀ ਕੰਮ ਕਰਦੇ ਸਨ, ਜਿਨ੍ਹਾਂ ਨੇ ਰਿਸ਼ਵਤ ਲੈ ਲੈ ਕੇ ਕੰਮ ਕੀਤੇ ਸਨ ਜਾਂ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਮੋਦੀਖਾਨਾ ਚਲਾਇਆ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੋਦੀਖਾਨੇ ਦੇ ਵਿੱਚ ਨੌਕਰੀ ਕਰਨ ਦਾ ਤਰੀਕਾ ਦੇਖ ਕੇ ਜਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਹੁੰਦੀ ਦੇਖ ਕੇ, ਵਡਿਆਈ ਹੁੰਦੀ ਦੇਖ ਕੇ ਉਹ ਲੋਕਾਂ ਦੇ ਕੋਲੋਂ ਜਰਿਆ ਨਹੀਂ ਗਿਆ। ਇਹ ਸਾਰੇ ਲੋਕ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰ ਨਹੀਂ ਪਾਉਂਦੀ ਸੀ, ਕਿਤੇ ਨਾ ਕਿਤੇ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਜਾ ਕੇ ਵੀ ਚੁਗਲੀਆਂ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਿਆ ਕਰਦੇ ਨੇ। ਤੇ ਫਿਰ ਯਤਨ ਕੀਤਾ ਕਿ ਭਾਈ ਜੈ ਰਾਮ ਜੀ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਲਿਜਾ ਕੇ ਮੋਦੀਖਾਨੇ ਦੀ ਨੌਕਰੀ ਦਵਾਈ ਸੀ, ਤੇ ਭਾਈ ਜੈ ਰਾਮ ਜੀ ਦੇ ਕੋਲ ਇਕੱਠੇ ਹੋ ਕੇ ਜਾਂਦੇ ਨੇ ਤੇ ਆਖਦੇ ਨੇ ਵੀ ਭਾਈ ਤੂੰ ਸਾਡਾ ਬਚਪਨ ਦਾ ਮਿੱਤਰ ਹੈ, ਤੇਰੇ ਭਲੇ ਨੂੰ ਲੋਚਦਿਆਂ, ਤੇਰਾ ਚੰਗਾ ਸੋਚਦਿਆਂ ਅਸੀਂ ਤੇਰੇ ਕੋਲ ਚੱਲ ਕੇ ਆਏ ਆ, ਤੇ ਇਹ ਜਿਹੜਾ ਤੁਸੀਂ ਮੋਦੀ ਰਖਵਾਇਆ ਹੈ ਨਾ, ਇੱਕ ਦਿਨ ਇਹੋ ਜਿਹਾ ਆਵੇਗਾ, ਸਾਨੂੰ ਸਾਰਿਆਂ ਨੂੰ ਭਰੋਸਾ ਹੈ ਵੀ ਇੱਕ ਨਾ ਇੱਕ ਦਿਨ ਇਹ ਸਾਰਾ ਛੱਡ ਕੇ ਭੱਜ ਜਾਵੇਗਾ ਤੇ ਸਾਰਾ ਖਰਚਾ ਜਿਹੜਾ ਹੈ ਨਵਾਬ ਦੌਲਤ ਖਾਂ ਲੋਧੀ ਤੁਹਾਡੇ ਕੋਲੋਂ ਉਗਰਾਏਗਾ। ਜਿੰਨਾ ਵੀ ਨੁਕਸਾਨ ਹੋਇਆ ਹੈ ਨਾ, ਉਹ ਸਾਰੀ ਭਰਪਾਈ ਜੈ ਰਾਮ ਜੀ ਤੁਹਾਨੂੰ ਭਰਨੀ ਪਵੇਗੀ। ਜਦੋਂ ਚੁਗਲਖੋਰਾਂ ਨੇ ਰਲ ਕੇ ਭਾਈ ਜੈ ਰਾਮ ਜੀ ਦੇ ਕੋਲ ਆ ਕੇ ਚੁਗਲੀ ਕੀਤੀ ਤਾਂ ਭਾਈ ਜੈ ਰਾਮ ਜੀ ਦੇ ਮਨ ਦੇ ਵਿੱਚ ਵਿਚਾਰਾਂ ਦੀ ਉਥਲ-ਪੁਥਲ ਹੋਣੀ ਸ਼ੁਰੂ ਹੋ ਗਈ। ਬੇਬੇ ਨਾਨਕੀ ਜੀ ਨੇ ਆਪਣੇ ਪਤੀ ਜੀ ਦੇ ਹਾਵ ਭਾਵ ਦੇਖੇ, ਸਮਝ ਗਏ ਵੀ ਭਾਈ ਕੋਈ ਨਾ ਕੋਈ ਤਾਂ ਗੱਲ ਜ਼ਰੂਰ ਹੈ ਜਿਹਦੇ ਨਾਲ ਇਹਨਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਆਈ ਹੈ, ਇਹਨਾਂ ਦਾ ਚਿਹਰਾ ਮੁਰਝਾਇਆ ਹੈ, ਇਹ ਚਿੰਤਾ ਦੇ ਸਾਗਰ ਦੇ ਵਿੱਚ ਡੁੱਬੇ ਨੇ। ਤਾਂ ਜਿਹੜੇ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਦਾਸੀਆਂ ਨੇ, ਸੇਵਕਾਂ ਨੇ, ਜਿਨ੍ਹਾਂ ਦੇ ਵਿੱਚ ਇੱਕ ਤੁਲਸਾ ਦਾਸੀ ਦਾ ਜ਼ਿਕਰ ਆਇਆ, ਤੇ ਉਹ ਤੁਲਸਾ ਦਾਸੀ ਬੇਬੇ ਨਾਨਕੀ ਜੀ ਨੂੰ ਆਖਦੇ ਨੇ ਵੀ ਮੈਨੂੰ ਪਤਾ ਵੀ ਭਾਈ ਜੈ ਰਾਮ ਜੀ ਦੀ ਉਦਾਸੀ ਦਾ ਕਾਰਨ ਕੀ ਹੈ, ਚਿੰਤਾ ਦਾ ਕੀ ਕਾਰਨ ਹੈ। ਤਾਂ ਬੇਬੇ ਨਾਨਕੀ ਜੀ ਨੇ ਪੁੱਛਣ ਤੇ ਤੁਲਸਾ ਦਾਸੀ ਆਖਦੀ ਵੀ ਕੁਝ ਕੁ ਨਗਰ ਦੇ ਲੋਕ ਰਲ ਮਿਲ ਕੇ ਆਏ ਸਨ ਤੇ ਭਾਈ ਜੈ ਰਾਮ ਜੀ ਨੂੰ ਆ ਕੇ ਕੁਝ ਕੁ ਗੱਲਾਂ ਕਹੀਆਂ ਨੇ, ਰਲ ਮਿਲ ਕੇ ਬੈਠੇ ਸਨ। ਉਸ ਦਿਨ ਤੋਂ ਬਾਅਦ ਇਹਨਾਂ ਦੇ ਸੁਭਾਅ ਦੇ ਵਿੱਚ ਜਿਹੜੀ ਹੈ ਉਹ ਚਿੰਤਾ ਸ਼ਾਮਲ ਹੋ ਗਈ ਹੈ, ਇਹ ਚਿੰਤਾ ਦੇ ਵਿੱਚ ਡੁੱਬ ਗਏ ਨੇ। ਬੇਬੇ ਨਾਨਕੀ ਜੀ ਨੂੰ ਪਤਾ ਸੀ ਵੀ ਉਹਨਾਂ ਬੰਦਿਆਂ ਨੇ ਰਲ ਮਿਲ ਕੇ ਕੀ ਗੱਲਾਂ ਕੀਤੀਆਂ ਨੇ, ਤੇ ਇਸੇ ਕਰਕੇ ਹੁਣ ਬੇਬੇ ਨਾਨਕੀ ਜੀ ਆਪਣੇ ਜਿੱਥੇ ਪਤੀ ਨੂੰ ਸਮਝਾਉਂਦੇ ਨੇ, ਪਤੀ ਨੂੰ ਦਿਲਾਸਾ ਦਿੰਦੇ ਨੇ, ਨਾਲ ਹੀ ਨਾਲ ਬੇਬੇ ਨਾਨਕੀ ਜੀ ਭਾਈ ਜੈ ਰਾਮ ਜੀ ਨੂੰ ਇਹ ਵੀ ਆਖਦੇ ਨੇ ਕਿ ਵੀ ਕਦੇ ਕੋਈ ਸਮਾਂ ਸੀ ਤੁਸੀਂ ਆਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਵ ਮੇਰੇ ਵੀਰ ਦੀਆਂ ਉਦਾਹਰਨਾਂ ਦੇ ਕੇ ਮੈਨੂੰ ਸਮਝਾਉਣਾ ਕਰਦੇ ਸੀ, ਅੱਜ ਇਹਨਾਂ ਚੁਗਲਖੋਰਾਂ ਦੇ ਮਗਰ ਲੱਗ ਕੇ ਤੁਸੀਂ ਆਪਣੇ ਮਨ ਦੇ ਵਿੱਚ ਭਰਮ ਪਾਲੀ ਬੈਠੇ ਹੋ, ਇਹਦਾ ਕੀ ਕਾਰਨ ਹੈ। ਇੱਥੋਂ ਤੱਕ ਵਿਚਾਰ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦੇ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਪੂਰਬ ਪਤਾ ਲਿਓ ਭਲ ਦੇਖੀ, ਉਰ ਮੈਂ ਸ਼ਰਧਾ ਧਰੋ ਵਿਸੇਖੀ। ਬੇਬੇ ਨਾਨਕੀ ਜੀ ਭਾਈ ਜੈ ਰਾਮ ਜੀ ਨੂੰ ਆਖਦੇ ਨੇ ਵੀ ਪਹਿਲਾਂ ਵੀ ਇੱਕ ਵਾਰੀ ਚੁਗਲਖੋਰਾਂ ਨੇ ਰਲ ਕੇ ਮੇਰੇ ਵੀਰ ਦੇ ਬਾਬਤ ਤੁਹਾਡੇ ਕੋਲ ਚੁਗਲੀ ਕੀਤੀ ਸੀ, ਪਰ ਜਦੋਂ ਲੇਖਾ ਕੀਤਾ ਗਿਆ ਤਾਂ ਤੁਸੀਂ ਭਲੀ ਭਾਂਤ ਜਾਣਦੇ ਹੋ ਵੀ ਜਿੱਥੇ ਉਹ ਚੁਗਲਖੋਰ ਸ਼ਰਮਿੰਦਾ ਹੋਇਆ, ਤੁਹਾਡੇ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਠੇਸ ਵੀ ਪਹੁੰਚੀ ਸੀ ਵੀ ਮੈਂ ਬਿਨਾਂ ਗੱਲ ਤੋਂ ਸ਼ੱਕ ਕੀਤਾ ਹੈ। ਤੇ ਬੇਬੇ ਨਾਨਕੀ ਜੀ ਆਖਦੇ ਨੇ ਪੂਰਬ ਪਤਾ ਲਿਓ ਭਲ ਦੇਖੀ, ਕਹਿੰਦੇ ਪਹਿਲਾਂ ਵੀ ਤੁਸੀਂ ਚੰਗੀ ਤਰ੍ਹਾਂ ਪਰਖ ਲਿਆ ਮੇਰੇ ਵੀਰ ਨੂੰ, ਉਰ ਮੈਂ ਸ਼ਰਧਾ ਧਰੋ ਵਿਸੇਖੀ, ਤੁਹਾਡੇ ਆਪਣੇ ਦਿਲ ਦੇ ਵਿੱਚ ਭਰਮ ਦੇ ਥਾਂ ਕਹਿੰਦੇ ਸ਼ਰਧਾ ਧਾਰਨ ਕਰਨੀ ਚਾਹੀਦੀ ਹੈ।
ਜਿਹੜੀ ਤੁਸੀਂ ਪਹਿਲਾਂ ਸ਼ਰਧਾ ਧਾਰਨ ਕੀਤੀ ਸੀ ਨਾ, ਇਹ ਚੁਗਲਖੋਰਾਂ ਦੇ ਕਾਰਨ ਤੁਸੀਂ ਭਰਮਾਂ ਦੇ ਵਿੱਚ ਪੈ ਗਏ ਹੋ। ਇਹਨਾਂ ਭਰਮਾਂ ਨੂੰ ਤਿਆਗ ਕੇ ਤੁਸੀਂ ਆਪਣੇ ਮਨ ਦੇ ਵਿੱਚ ਦੁਆਰਾ ਤੋਂ ਸ਼ਰਧਾ ਧਾਰਨ ਕਰੋ। ਸਭ ਅਣਜਾਣ ਭਣੇ ਜੇ ਮਾਨਵ, ਤਿਨ ਕੇ ਭੇਵ ਮੰਦ ਨਹਿ ਜਾਣਵ। ਕਹਿੰਦੇ ਜਿਹੜੇ ਅਣਜਾਣ ਤੇ ਮੂਰਖ ਤੁਹਾਨੂੰ ਆ ਕੇ ਇਹ ਗੱਲਾਂ ਲਾ ਕੇ ਕਰਦੇ ਨੇ ਨਾ, ਕਹਿੰਦੇ ਉਹ ਅਸਲ ਦੇ ਵਿੱਚ ਮੇਰੇ ਵੀਰ ਦੇ ਭੇਦ ਨੂੰ ਸਮਝ ਨਹੀਂ ਸਕੇ, ਉਹ ਗੁਰੂ ਦੀ ਮਹਿਮਾ ਨੂੰ ਸਮਝ ਨਹੀਂ ਸਕੇ, ਗੁਰੂ ਦੀ ਵਡਿਆਈ ਨੂੰ ਸਮਝ ਨਹੀਂ ਸਕੇ। ਇਸ ਕਰਕੇ ਉਹ ਗੱਲਾਂ ਬਦਲ ਕੇ ਤੁਹਾਡੇ ਕੋਲ ਕਰਦੇ ਹਨ। ਇਸ ਪ੍ਰਕਾਰ ਕੈ ਬਹੁ ਸਮਝ ਆਵੇ, ਤਦ ਬਜਾਰਾਮ ਨਾ ਚਿੰਤਾ ਜਾਵੇ। ਬੇਬੇ ਨਾਨਕੀ ਜੀ ਨੇ ਆਪਣੇ ਪਤੀ ਨੂੰ ਹੁਣ ਵੱਖ-ਵੱਖ ਤਰੀਕਿਆਂ ਦੇ ਨਾਲ ਵਾਰ-ਵਾਰ ਯਤਨ ਕਰਕੇ ਸਮਝਾਉਣਾ ਕੀਤਾ ਹੈ, ਪਰ ਜਿਹੜੀ ਚੁਗਲਖੋਰਾਂ ਨੇ ਰਲ ਮਿਲ ਕੇ ਆ ਕੇ ਚੁਗਲੀ ਕੀਤੀ, ਉਸ ਭਰਮ ਦੇ ਕਾਰਨ ਭਾਈ ਜੈ ਰਾਮ ਜੀ ਦੀ ਹੁਣ ਚਿੰਤਾ ਦੂਰ ਨਹੀਂ ਹੋ ਰਹੀ। ਮਨ ਮੈਂ ਵਸੀ ਪਿਸ਼ਨ ਕੀ ਬਾਣੀ, ਬਿਨ ਸਤ ਦੇਖੇ ਹੋਏ ਨਾ ਹਾਨੀ। ਪਿਸ਼ਨ ਦਾ ਭਾਵ ਹੁੰਦਾ ਚੁਗਲਾਂ ਦੀ। ਕਹਿੰਦੇ ਭਾਈ ਜੈ ਰਾਮ ਜੀ ਦੇ ਮਨ ਦੇ ਵਿੱਚ ਹੁਣ ਚੁਗਲਾਂ ਦੀਆਂ ਗੱਲਾਂ ਸਥਾਈ ਨਿਵਾਸ ਕਰ ਗਈਆਂ। ਉਹਨਾਂ ਚੁਗਲਖੋਰਾਂ ਦੀਆਂ ਚੁਗਲੀਆਂ ਹੁਣ ਟਿਕਾ ਕਰ ਗਈਆਂ ਨੇ, ਤੇ ਕਹਿੰਦੇ ਬਿਨਾਂ ਸੱਚ ਵੇਖੇ ਹੁਣ ਉਹਨਾਂ ਦੀ ਚਿੰਤਾ ਦੂਰ ਨਹੀਂ ਹੁੰਦੀ। ਮਨ ਦੇ ਵਿੱਚ ਭਰਮ ਪੈ ਗਿਆ ਨਾ, ਜਦੋਂ ਤੱਕ ਉਹ ਭਰਮ ਦੇ ਪਰਦੇ ਦੂਰ ਨਾ ਹੋਣ ਤਾਂ ਸਾਡੇ ਮਨ ਦੇ ਵਿੱਚ ਉਹ ਭਰਮ ਵੀ ਦੂਰ ਨਹੀਂ ਹੋ ਸਕਦਾ। ਹੁਣ ਭਾਈ ਜੈ ਰਾਮ ਜੀ ਆਖਦੇ ਨੇ ਵੀ ਭਾਈ ਜਦੋਂ ਤੱਕ ਮੈਂ ਆਪਣੀਆਂ ਅੱਖਾਂ ਦੇ ਨਾਲ ਇਹ ਸੱਚ ਨਾ ਦੇਖ ਲਵਾਂ ਨਾ, ਮੇਰੇ ਹੁਣ ਮਨ ਦੀ ਚਿੰਤਾ ਦੂਰ ਨਹੀਂ ਹੋ ਸਕਦੀ। ਸ਼੍ਰੀ ਨਾਨਕ ਤਵੇ ਅੰਤਰ ਜਾਮੀ, ਲਖ ਲੀਨੀ ਦੂਤਨ ਕੀ ਖਾਮੀ। ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਅੰਤਰਜਾਮੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਭਲੀ ਭਾਂਤ ਇਸ ਗੱਲ ਦਾ ਗਿਆਨ ਹੋ ਗਿਆ ਵੀ ਭਾਈ ਜਿਹੜੇ ਲੋਕਾਂ ਨੇ ਰਲ ਮਿਲ ਕੇ ਇਹ ਸਾਰਾ ਕਾਰਜ ਕੀਤਾ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਉਹਨਾਂ ਦੀ ਕਚਿਆਈ ਨੂੰ ਸਮਝ ਗਏ ਹਨ। ਪੁਨ ਜੈ ਰਾਮ ਚਿੰਤਾ ਤੁਰ ਚੀਨਾ, ਜੇ ਮਨ ਪਿਛਨਨ ਬਾਨੀ ਭੀਨਾ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਕਹਿੰਦੇ ਨੇ ਪੁੰਨ ਦਾ ਭਾਵ ਹੁੰਦਾ ਫਿਰ, ਜੈ ਰਾਮ ਭਾਵ ਜੈ ਰਾਮ ਜੀ ਚਿੰਤਾ ਤੁਰ ਚੀਨਾ। ਫਿਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੈ ਰਾਮ ਜੀ ਨੂੰ ਫਿਕਰਮੰਦ ਹੁੰਦੇ ਵੇਖਿਆ, ਜੇ ਮਨ ਪਿਛਨਨ ਬਾਨੀ ਭੀਨਾ, ਫਿਰ ਉਹਨਾਂ ਨੇ ਚੁਗਲਾਂ ਦੀ ਝੂਠੇ ਬੋਲ ਕੇ ਚਿੰਤਾ ਦੀ ਭੱਠੀ ਵਿੱਚ ਸੁੱਟਿਆ ਸੀ। ਦੇਖਿਆ ਵੀ ਜਿਵੇਂ ਭੱਠੀ ਦੇ ਵਿੱਚ, ਬਲ ਦੀ ਭੱਠੀ ਦੇ ਵਿੱਚ ਕੋਈ ਚੀਜ਼ ਸਿੱਟ ਦਿੱਤੀ ਜਾਵੇ ਉਹ ਵੀ ਸੁਆਹ ਹੋ ਜਾਂਦੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਜੈ ਰਾਮ ਜੀ ਦੇ ਸੁਭਾਅ ਵੱਲ ਤੱਕਿਆ, ਦੇਖਿਆ ਵੀ ਭਾਈ ਇਹਨਾਂ ਨੂੰ ਕਿਸੇ ਨੇ ਚਿੰਤਾ ਦੀ ਭੱਠੀ ਦੇ ਵਿੱਚ ਸੁੱਟ ਦਿੱਤਾ, ਜਿਹਦੇ ਕਾਰਨ ਇਹਨਾਂ ਦਾ ਮਨ ਭਰਮਾਂ ਦੇ ਵਿੱਚ ਪੈ ਕੇ ਸੁਆਹ ਹੋ ਗਿਆ ਹੈ। ਤਾਂ ਕੀ ਚਿੰਤਾ ਹਤ ਨੇ ਹੇਤਾ, ਗਮਨੇ ਸ਼੍ਰੀ ਬੇਦੀ ਕੁਲ ਕੀਤਾ। ਹੁਣ ਭਾਈ ਜੈ ਰਾਮ ਜੀ ਦੀ ਚਿੰਤਾ ਨੂੰ ਦੂਰ ਕਰਨ ਦੇ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਜੈ ਰਾਮ ਜੀ ਦੇ ਘਰ ਪਹੁੰਚੇ ਹਨ। ਸਦਨ ਜਾਏ ਸਾਦਰ ਦੁਖ ਕਦਨਾ, ਵੈਸੇ ਮੰਚ ਪਰ ਪੰਕਜ ਬਦਨਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਭਾਈ ਜੈ ਰਾਮ ਜੀ ਦੀ ਚਿੰਤਾ ਨੂੰ ਦੂਰ ਕਰਨ ਦੇ ਲਈ, ਦੁੱਖਾਂ ਨੂੰ ਦੂਰ ਕਰਨ ਦੇ ਲਈ ਜਿੱਥੇ ਘਰ ਦੇ ਵਿੱਚ ਪਹੁੰਚੇ ਨੇ, ਤੇ ਆਖਦੇ ਨੇ ਕਹਿੰਦੇ ਜਾ ਕੇ ਵੈਸੇ ਮੰਚ ਪਰ ਪੰਕਜ ਬਦਨਾ। ਕਵਲ ਨੈਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਪਲੰਗ ਦੇ ਉੱਤੇ ਜਾ ਕੇ ਬਿਰਾਜਮਾਨ ਹੋਏ ਹਨ। ਮਧੁਰ ਮ੍ਰਿਦਲ ਬੋਲੇ ਮੁਖ ਬਾਣੀ, ਜਨ ਚਿੰਤਾ ਰੁਜ ਝੂਰਨ ਸਾਨੀ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਆਪਣੇ ਮੁਖਾਰ ਬਿੰਦ ਦੇ ਵਿੱਚੋਂ, ਆਪਣੇ ਸ਼੍ਰੀ ਕੰਠ ਦੇ ਵਿੱਚੋਂ ਬਚਨ ਉਚਾਰਨ ਕੀਤੇ ਹਨ। ਜੀਜਾ ਜੀ ਲੇਖਾ ਕਰਵਾਈਏ, ਸਭੇ ਹਿਸਾਬ ਨਿਵਾਵ ਦਿਵਾਈਏ। ਤੇ ਜਿਹੜੀ ਗੱਲ ਹੁਣ ਜੈ ਰਾਮ ਜੀ ਨੇ ਆਪਣੇ ਪਤਨੀ ਦੇ ਭਰਾ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪ ਆਖਣ ਦੇ ਵਿੱਚ ਝਿਜਕਦੇ ਸਨ, ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਸੀ ਵੀ ਸਾਡੇ ਰਿਸ਼ਤੇ ਨੂੰ ਕਿਸੇ ਪ੍ਰਕਾਰ ਦੀ ਠੇਸ ਨਾ ਪਹੁੰਚ ਜਾਵੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਅੰਤਰਜਾਮੀ ਨੇ, ਆਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ, ਪਾਤਸ਼ਾਹ ਜੀ ਨੇ ਭਾਈ ਜੈ ਰਾਮ ਜੀ ਨੂੰ ਜਾ ਕੇ ਆਖਿਆ ਵੀ ਹੇ ਜੀਜਾ ਜੀ, ਜਾਓ ਨਵਾਬ ਦੇ ਕੋਲ ਜਾ ਕੇ ਹਿਸਾਬ ਕਿਤਾਬ ਕਰੀਏ, ਲੇਖਾ ਕਰਵਾਓ। ਬੀਤੇ ਬਹੁ ਬਾਸਰ ਬਿਨ ਲੇਖੇ,
ਕਰ ਬਾਬੋ ਨਿਕਸੇ ਕਸ਼ ਸੇਖੇ। ਕਹਿੰਦੇ ਲੇਖਾ ਕੀਤੇ ਨੂੰ ਵੀ ਹੁਣ ਬਹੁਤ ਸਮਾਂ ਹੋ ਗਿਆ, ਬੜੇ ਦਿਨ ਬੀਤ ਗਏ ਨੇ। ਕਹਿੰਦੇ ਹਿਸਾਬ ਕਿਤਾਬ ਕਰਦਿਆਂ ਕਹਿੰਦੇ ਹੋ ਸਕਦਾ ਮੇਰੇ ਵੱਲ ਕੁਝ ਬਕਾਇਆ ਨਿਕਲ ਆਵੇ। ਸੁਣ ਜੈ ਰਾਮ ਹਿਰਦੇ ਹਰਿ ਖਾਇਓ, ਜਨ ਸ਼ਰਧਾ ਤਨ ਖੋਇਓ ਪਾਇਓ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਹ ਬਚਨ ਜਦੋਂ ਸੁਣੇ ਨਾ ਜੈ ਰਾਮ ਜੀ ਨੇ, ਕਿ ਪਾਤਸ਼ਾਹ ਜੀ ਆਖਦੇ ਨੇ ਵੀ ਜਾ ਕੇ ਲੇਖਾ ਕਰਵਾਓ, ਸ਼ਾਇਦ ਮੇਰੇ ਵੱਲ ਕਹਿੰਦੇ ਬਕਾਇਆ ਫਿਰ ਤੋਂ ਨਿਕਲ ਆਵੇ। ਤਾਂ ਜਦੋਂ ਇਹ ਬਚਨ ਸੁਣੇ ਜੈ ਰਾਮ ਜੀ ਦੇ ਮਨ ਦੇ ਵਿੱਚ ਹੁਣ ਖੁਸ਼ੀ ਪ੍ਰਗਟ ਹੋ ਗਈ ਹੈ, ਬਹੁਤ ਖੁਸ਼ ਹੋਏ ਨੇ ਪਾਤਸ਼ਾਹ ਜੀ ਦੇ ਇਹ ਬਚਨ ਸੁਣ ਕੇ। ਕਹਿੰਦੇ ਜਨ ਸ਼ਰਧਾ ਧਨ ਖੋਇਓ ਪਾਇਓ। ਕਹਿੰਦੇ ਮਾਨੋ ਕੋਈ ਗਵਾਚਿਆ ਹੋਇਆ ਧਨ ਜੈ ਰਾਮ ਜੀ ਨੂੰ ਮਿਲ ਗਿਆ ਹੋਵੇ। ਜਿਹੜੀ ਮਨ ਦੀ ਸ਼ਰਧਾ ਗਵਾਚ ਗਈ ਸੀ ਨਾ, ਜਦੋਂ ਪਾਤਸ਼ਾਹ ਜੀ ਦੇ ਬਚਨ ਸੁਣੇ ਤਾਂ ਕਹਿੰਦੇ ਉਹ ਗਵਾਚੀ ਹੋਈ ਸ਼ਰਧਾ ਭਾਈ ਜੈ ਰਾਮ ਜੀ ਨੂੰ ਜਿਵੇਂ ਲੱਭ ਗਈ ਹੋਵੇ ਨਾ, ਕਿ ਗਵਾਚੀ ਹੋਈ ਵਸਤੂ ਸਾਨੂੰ ਮਿਲ ਜਾਵੇ ਤਾਂ ਸਾਡੀ ਖੁਸ਼ੀ ਦਾ ਕਈ ਵਾਰੀ ਟਿਕਾਣਾ ਨਹੀਂ ਰਹਿੰਦਾ। ਤੇ ਇਸੇ ਤਰ੍ਹਾਂ ਹੁਣ ਜੈ ਰਾਮ ਜੀ ਮਨ ਦੇ ਵਿੱਚ ਬਹੁਤ ਖੁਸ਼ ਹੁੰਦੇ ਨੇ। ਤੇ ਮੁੜ ਤੋਂ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਭਾਈ ਜੈ ਰਾਮ ਜੀ ਦੀ ਸ਼ਰਧਾ ਵੱਧ ਗਈ ਹੈ। ਹੁਤੀ ਚਿੰਤ ਜਾਂ ਕੀ ਦਿਨ ਰਾਤੀ, ਅਕਸਮਾਤ ਸੋ ਬਣੀ ਸੁਹਾਤੀ। ਕਹਿੰਦੇ ਜਿਹੜੀ ਦਿਨ ਰਾਤ ਚਿੰਤਾ ਭਾਈ ਜੈ ਰਾਮ ਜੀ ਨੂੰ ਖਾਈ ਜਾਂਦੀ ਸੀ ਨਾ, ਉਹ ਹੁਣ ਅਚਨਚੇਤ, ਅਕਸਮਾਤ ਦਾ ਭਾਵ ਹੁੰਦਾ ਅਚਨਚੇਤ, ਸੋ ਬਣੀ ਸੁਹਾਤੀ। ਅਚਨਚੇਤ ਉਹ ਸਾਰੀ ਚਿੰਤਾ ਜਿਹੜੀ ਸੀ ਉਹ ਸੁਹਾਵਣੀ ਹੋ ਗਈ ਹੈ। ਲੈ ਨਿਦੇਸ਼ ਗਾ ਪਾਸ ਨਰੇਸ਼ਾ, ਪੋਸ਼ਿਸ਼ ਪਹਿਰ ਕੀਏ ਸ਼ੁਭ ਬੇਸਾ। ਹੁਣ ਆਗਿਆ ਲੈ ਕੇ ਭਾਈ ਜੈ ਰਾਮ ਜੀ ਨਵਾਬ ਦੇ ਪਾਸ ਪਹੁੰਚਦੇ ਨੇ। ਲੈ ਨਿਦੇਸ਼ ਗਾ ਪਾਸ ਨਰੇਸ਼ਾ, ਪੋਸ਼ਿਸ਼ ਦਾ ਭਾਵ ਹੁੰਦਾ ਪੁਸ਼ਾਕ। ਕਹਿੰਦੇ ਸੋਹਣੀਆਂ ਪੁਸ਼ਾਕਾਂ ਪਾ ਕੇ ਬਹੁਤ ਸ਼ੋਭਾ ਪਾ ਰਹੇ ਹਨ। ਨਿਕਟ ਬੈਠ ਕੇ ਸੁਣ ਰਿਪਲੋਦੀ, ਕਰਿਓ ਸਾਵ ਚਹਿਤ ਤੁਮ ਮੋਦੀ। ਹੁਣ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਜਾ ਕੇ ਭਾਈ ਜੈ ਰਾਮ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਪਹੁੰਚਦੇ ਨੇ ਨਾ, ਤਾਂ ਭਾਈ ਜੈ ਰਾਮ ਜੀ ਆਖਦੇ ਨੇ ਕਿ ਹੇ ਨਵਾਬ ਲੋਧੀ ਜੀ, ਦੌਲਤ ਖਾਂ ਲੋਧੀ ਜੀ ਸੁਣੋ, ਤੁਹਾਡਾ ਮੋਦੀ ਆਪ ਕਹਿੰਦਾ ਹੈ ਵੀ ਭਾਈ ਆ ਕੇ ਹਿਸਾਬ ਕਿਤਾਬ ਕਰ ਲਵੋ। ਕਾਲ ਵਿਸਾਲ ਬਿਤਿਓ ਬਿਨ ਲੇਖੇ, ਆਮਦ ਖਰਚ ਤੁਧ ਅਬ ਦੇਖੇ। ਤੇ ਫਿਰ ਆਖਦੇ ਨੇ ਕਹਿੰਦੇ ਵੀ ਤੁਹਾਡਾ ਮੋਦੀ ਆਪ ਇਹ ਗੱਲ ਕਹਿੰਦਾ ਵੀ ਲੇਖਾ ਕਰਨ ਨੂੰ ਬਹੁਤ ਚਿਰ ਹੋ ਗਿਆ, ਬਹੁਤ ਸਮਾਂ ਹੋ ਗਿਆ ਵੀ ਹਿਸਾਬ ਕਿਤਾਬ ਕੀਤਾ ਹੀ ਨਹੀਂ। ਕਿੰਨੀ ਆਮਦਨ ਹੋਈ, ਕਿੰਨਾ ਖਰਚਾ ਹੋਇਆ, ਉਹ ਕਹਿੰਦੇ ਸਾਰੇ ਦਾ ਸਾਰਾ ਲੇਖਾ ਤੁਸੀਂ ਆਪ ਚੰਗੀ ਤਰੀਕੇ ਦੇ ਨਾਲ ਜਾਂਚ ਲਵੋ। ਪੂਰਵ ਦੌਲਤ ਖਾਂ ਟਿੰਗ ਦੂਤੀ, ਦੁਸ਼ਟ ਲੋਕ ਮਿਲ ਕਰਤ ਬੇਹੋਤੀ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਜਿੱਥੇ ਜੈ ਰਾਮ ਜੀ ਦੇ ਕੋਲ ਚੁਗਲੀਆਂ ਕੀਤੀਆਂ ਨੇ ਨਾ, ਉੱਥੇ ਹੀ ਆਖਦੇ ਨੇ ਕਿ ਪੂਰਵ ਦਾ ਭਾਵ ਹੁੰਦਾ ਪਹਿਲਾਂ, ਦੌਲਤ ਖਾਂ ਟਿੰਗ ਦੂਤੀ। ਕਹਿੰਦੇ ਪਹਿਲਾਂ ਹੀ ਚੁਗਲਖੋਰਾਂ ਨੇ ਦੌਲਤ ਖਾਂ ਲੋਧੀ ਜੀ ਦੇ ਕੋਲ ਵੀ ਚੁਗਲੀਆਂ ਕੀਤੀਆਂ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਰਖਲਾਫ ਬਹੁਤ ਕੁਝ ਇਹਨਾਂ ਲੋਕਾਂ ਨੇ ਰਲ ਮਿਲ ਕੇ ਬੋਲਿਆ ਸੀ। ਸਰਬ ਦਰਬ ਕੋ ਖੋਕਰ ਨਾਨਕ, ਹੋਏ ਪਲਾਇਨ ਕਬਹਿ ਅਚਾਨਕ। ਤੇ ਉਹਨਾਂ ਨੇ ਚੁਗਲੀਆਂ ਕਰਦਿਆਂ ਇਹ ਸਾਰੀਆਂ ਗੱਲਾਂ ਕਹੀਆਂ ਸਨ। ਤੇ ਕਹਿੰਦੇ ਆਖਦੇ ਸਨ ਵੀ ਜਿਹੜਾ ਇਹ ਤੁਹਾਡਾ ਮੋਦੀ ਹੈ ਨਾ, ਜਿਹੜਾ ਲੋਕਾਂ ਨੂੰ ਧਨ ਲੁਟਾ ਰਿਹਾ, ਚੇਤੇ ਰੱਖਣਾ ਨਵਾਬ ਜੀ, ਇਹ ਇੱਕ ਨਾ ਇੱਕ ਦਿਨ ਸਾਰਾ ਕਰ ਕਰਾ ਕੇ ਇੱਥੋਂ ਭੱਜ ਜਾਵੇਗਾ। ਸੁਣਤ ਜੈ ਰਾਮ ਬਚਨ ਭੁਪਾਲਾ, ਬੋਲਿਓ ਸੰਸਾ ਮੁਝੇ ਵਿਸਾਲਾ। ਕਿ ਜਦੋਂ ਨਵਾਬ ਨੇ ਜੈ ਰਾਮ ਜੀ ਦੀ ਗੱਲ ਸੁਣੀ ਵੀ ਭਾਈ ਇਹ ਆਪ ਚੱਲ ਕੇ ਆਏ ਨੇ ਲੇਖਾ ਕਰਾਉਣ ਦੇ ਲਈ, ਹਿਸਾਬ ਕਿਤਾਬ ਕਰਾਉਣ ਦੇ ਲਈ। ਹੁਣ ਨਵਾਬ ਦੌਲਤ ਖਾਂ ਲੋਧੀ ਜਿਹੜਾ ਲੋਕਾਂ ਦੀਆਂ ਗੱਲਾਂ ਸੁਣ ਕੇ ਮਨ ਦੇ ਵਿੱਚ ਸ਼ੰਕਾ ਪੈਦਾ ਕਰੀ ਬੈਠਾ ਸੀ, ਉਹੀ ਗੱਲ ਹੁਣ ਆਪਣੇ ਉਹਨੇ ਮੁਖ ਤੋਂ ਕਹਿ ਦਿੱਤੀ। ਕਹਿੰਦਾ ਵੀ ਮੈਨੂੰ ਤਾਂ ਪਹਿਲਾਂ ਹੀ ਸ਼ੰਕੇ ਸਨ, ਲੇਖੇ ਤੇ ਸੋ ਹੋਏ ਬਿਨਾਸ਼ੀ, ਬੋਲ ਲਿਹੋ ਤਾ ਕੋ ਮਮ ਪਾਸੀ। ਤੇ ਨਵਾਬ ਦੌਲਤ ਖਾਂ ਲੋਧੀ ਜੀ ਵੀ ਹੁਣ ਆਖਦੇ ਨੇ, ਕਹਿੰਦੇ ਵੀ ਲੇਖਾ ਹੋ ਜਾਣਾ ਚਾਹੀਦਾ, ਹਿਸਾਬ ਕਿਤਾਬ ਕਰ ਲੈਣਾ ਚਾਹੀਦਾ। ਜਿਹੜਾ ਸੱਚ ਹੈ ਨਾ ਉਹ ਸਾਹਮਣੇ ਆ ਜਾਣਾ ਚਾਹੀਦਾ। ਜਿਹੜੇ ਲੋਕਾਂ ਦੇ ਮਨ ਦੇ ਵਿੱਚ ਭਰਮ ਪੈਦਾ ਹੋਏ ਨੇ, ਸ਼ੰਕੇ ਉੱਠੇ ਹੋਏ ਨੇ, ਉਹ ਸਾਰੇ ਦੇ ਸਾਰੇ ਸ਼ੰਕੇ ਵੀ ਦੂਰ ਹੋ ਜਾਣਗੇ।
ਬੋਲ ਲਿਓ ਤਾਕੋ ਮਮ ਪਾਸੀ। ਕਹਿੰਦੇ ਉਹਨਾਂ ਨੂੰ ਮੇਰੇ ਪਾਸ ਬੁਲਾ ਲਿਆਵੋ। ਨਿਦਾ ਦਿਜ ਜੈ ਰਾਮ ਪਠਾਇਆ, ਆ ਨਿਦੇ ਜਾਂ ਬਚਨ ਅਲਾਇਆ। ਨਿਦਾ ਦਾ ਭਾਵ ਇੱਥੇ ਪੰਡਿਤ ਦਾ ਨਾਮ ਆਇਆ। ਦਿਜ ਦਾ ਭਾਵ ਹੁੰਦਾ ਪੰਡਿਤ ਬ੍ਰਾਹਮਣ। ਕਹਿੰਦੇ ਪੰਡਿਤ ਨਿਦਾ ਨਾਮ ਦੇ ਵਿਅਕਤੀ ਨੂੰ ਜੈ ਰਾਮ ਜੀ ਨੇ ਬੁਲਾਇਆ ਤੇ ਫਿਰ ਉਹ ਪੰਡਿਤ ਨਿਦਾ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਾ ਕੇ ਹੁਣ ਬਚਨ ਕਰਦੇ ਹਨ। ਚਲੋ ਆਪ ਕਰ ਲੀਜੈ ਲੇਖਾ, ਨਿਪ ਬੁਲਾਏ ਜੇ ਸਭਾ ਵਿਸੇਖਾ। ਤੇ ਆਖਦੇ ਨੇ ਵੀ ਆਓ ਆਪ ਆ ਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬਚਨ ਕਰਦੇ ਨੇ। ਉਹ ਬ੍ਰਾਹਮਣ ਜੀ ਆਖਦੇ ਨੇ ਵੀ ਆਓ ਚੱਲ ਕੇ ਹੁਣ ਤੁਸੀਂ ਲੇਖਾ ਕਰ ਲਵੋ। ਨਿਰਪ ਬੁਲਾਏ, ਨਿਰਪ ਦਾ ਭਾਵ ਹੁੰਦਾ ਰਾਜਾ, ਨਵਾਬ। ਕਹਿੰਦੇ ਨਵਾਬ ਦੌਲਤ ਖਾਂ ਲੋਧੀ ਨੇ ਤੁਹਾਨੂੰ ਬੁਲਾਇਆ ਹੈ। ਜਿੱਥੇ ਉਹਨਾਂ ਦੀ ਵਿਸ਼ੇਸ਼ ਸਭਾ ਲੱਗਦੀ ਹੈ ਨਾ, ਵਿਸ਼ੇਸ਼ ਦੀਵਾਨ ਸਜਦਾ, ਉਸ ਥਾਂ ਦੇ ਉੱਤੇ ਸਭਾ ਦੇ ਵਿੱਚ ਤੁਸੀਂ ਆ ਜਾਵੋ। ਕਹਿ ਬਾਲਾ ਸ਼੍ਰੀ ਅੰਗਦ ਪੂਰਨਾ, ਸੁਨੋ ਤਿਆਰ ਭਏ ਤਬ ਤੁਰਨਾ। ਹੁਣ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਸੁਣਾਉਂਦੇ ਹੋਏ ਆਖਦੇ ਨੇ, ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਬੁਲਾਇਆ ਗਿਆ ਨਾ, ਕਿਸੇ ਵੀ ਤਰ੍ਹਾਂ ਦੀ ਪਾਤਸ਼ਾਹ ਜੀ ਨੇ ਦੇਰੀ ਨਹੀਂ ਕੀਤੀ। ਕਹਿੰਦੇ ਛੇਤੀ ਦੇ ਨਾਲ ਤਿਆਰ ਹੋ ਗਏ। ਜਿੱਥੇ ਨਵਾਬ ਦੌਲਤ ਖਾਂ ਲੋਧੀ ਨੇ ਬੁਲਾਇਆ ਸੀ, ਉਸ ਅਸਥਾਨ ਦੇ ਉੱਤੇ ਹੁਣ ਪਹੁੰਚਦੇ ਨੇ। ਵਹੀ ਵਿਸਾਲ ਦੀਨ ਮੁਝੇ ਹਾਥਾ, ਗਮਨ ਕਿਉ ਨਿਪਟਿਕ ਜਗਨਾਥਾ। ਭਾਈ ਬਾਲਾ ਜੀ ਆਖਦੇ ਨੇ, ਕਹਿੰਦੇ ਇੱਕ ਵੱਡੀ ਸਾਰੀ ਕਿਤਾਬ, ਇੱਕ ਵੱਡੀ ਸਾਰੀ ਵਹੀ ਜਿਹਦੇ ਉੱਤੇ ਸਾਰਾ ਹੀ ਹਿਸਾਬ ਕਿਤਾਬ ਲਿਖਿਆ ਹੋਇਆ ਸੀ, ਉਹ ਵਹੀ ਕਹਿੰਦੇ ਮੇਰੇ ਹੱਥ ਦੇ ਵਿੱਚ ਪਾਤਸ਼ਾਹ ਜੀ ਨੇ ਫੜਾ ਦਿੱਤੀ। ਕਹਿੰਦੇ ਜਗਤ ਦੇ ਮਾਲਕ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਮਨ ਕਿਉ ਨਿਰਭਟਿਕ ਜਗਨਾਥਾ। ਨਿਰਪ ਦਾ ਭਾਵ ਹੁੰਦਾ ਰਾਜਾ। ਕਹਿੰਦੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਸੀਂ ਰਲ ਮਿਲ ਕੇ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਗਏ ਸਾਂ। ਮੰਦ ਮੰਦ ਸੁੰਦਰ ਗਤ ਭਾਰੀ, ਪਹੁੰਚਤ ਪੇ ਤਬ ਸਭਾ ਮਜਾਰੀ। ਮੰਦ ਮੰਦ ਦਾ ਭਾਵ ਹੁੰਦਾ ਹੌਲੀ ਹੌਲੀ। ਕਹਿੰਦੇ ਫਿਰ ਹੌਲੀ ਹੌਲੀ ਸੁੰਦਰ ਚਾਲ ਚੱਲਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਅਸਥਾਨ ਦੇ ਉੱਤੇ ਪਹੁੰਚ ਗਏ ਨੇ, ਜਿੱਥੇ ਨਵਾਬ ਦੌਲਤ ਖਾਂ ਲੋਧੀ ਨੇ ਸਭਾ ਲਗਾਈ ਹੋਈ ਹੈ। ਕਾਜੀ ਖਾਨ ਦੀਵਾਨ ਮੁਲਾਨੇ, ਜਹ ਵੈਸੇ ਨੀਕੇ ਕਰਬਾਨੇ। ਕਹਿੰਦੇ ਉਸ ਸਭਾ ਦੇ ਵਿੱਚ ਹੁਣ ਕਾਜ਼ੀ ਵੀ ਬੈਠੇ ਨੇ, ਖਾਨ ਵੀ ਬੈਠੇ ਨੇ, ਦੀਵਾਨ ਵੀ ਬੈਠੇ ਨੇ ਅਤੇ ਮੁਲਾਨੇ ਵੀ ਨੇ। ਇਹ ਹੁਣ ਇਸਲਾਮ ਮਤ ਦੀ ਗੱਲ ਕੀਤੀ ਗਈ। ਇਹਨਾਂ ਫਿਰਕਿਆਂ ਦੇ ਵਿੱਚ ਵੱਖ-ਵੱਖ ਅਹੁਦੇ ਦੇ ਉੱਤੇ ਇਹ ਧਾਰਮਿਕ ਆਗੂ ਮੰਨੇ ਜਾਂਦੇ ਨੇ। ਇਹਨਾਂ ਦਾ ਪਹਿਲੇ ਸਮਿਆਂ ਦੇ ਵਿੱਚ, ਜਿਵੇਂ ਅੱਜ ਅਸੀਂ ਗੱਲ ਕਰ ਲਈਏ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਇਹਨਾਂ ਦੇ ਵਿੱਚ ਜੱਜ ਨਿਯੁਕਤ ਕੀਤੇ ਜਾਂਦੇ ਨੇ। ਜੱਜਾਂ ਦੇ ਦੁਆਰਾ ਫੈਸਲੇ ਸੁਣਾਏ ਜਾਂਦੇ ਨੇ, ਵਕੀਲਾਂ ਦੇ ਦੁਆਰਾ ਵਕਾਲਤ ਲੜੀ ਜਾਂਦੀ। ਇਹ ਕਾਜੀ ਖਾਨ ਮੁੱਲਾ ਮੁਲਾਣੇ ਜਿੰਨੇ ਵੀ ਸਨ, ਕਾਜ਼ੀਆਂ ਦਾ ਕੰਮ ਇਹ ਹੁੰਦਾ ਸੀ ਵੀ ਸਮਾਜ ਦੇ ਲੋਕਾਂ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ, ਜੇ ਕਿਤੇ ਲੜਾਈ ਝਗੜਾ ਹੋ ਗਿਆ ਜਾਂ ਕਿਤੇ ਵਾਦ ਵਿਵਾਦ ਹੋ ਗਿਆ, ਉਹ ਨਿਆਂ ਦਿਵਾਉਣਾ। ਤੇ ਇਸੇ ਤਰ੍ਹਾਂ ਕਹਿੰਦੇ ਉਸ ਸਭਾ ਦੇ ਵਿੱਚ ਹੁਣ ਕਾਜ਼ੀ ਵੀ ਰਲ ਕੇ ਬੈਠੇ ਨੇ, ਖਾਨ ਵੀ ਆਏ ਹੋਏ ਨੇ, ਦੀਵਾਨੇ ਵੀ ਆਏ ਹੋਏ ਨੇ ਤੇ ਮੁਲਾਨੇ ਵੀ ਰਲ ਮਿਲ ਕੇ ਸਾਰੇ ਉਸ ਸਭਾ ਦੇ ਵਿੱਚ ਬੈਠੇ ਨੇ। ਜੈ ਵੇਸੇ ਨੀਕੇ ਕਰਬਾਨੇ, ਕਹਿੰਦੇ ਸੁੰਦਰ ਲਿਬਾਸ ਪਾ ਕੇ, ਸੁੰਦਰ ਪੋਸ਼ਾਕਾਂ ਪਹਿਨ ਕੇ ਉਸ ਸਭਾ ਦੇ ਵਿੱਚ ਸਾਰੇ ਵਿਰਾਜਮਾਨ ਹਨ। ਸਭਨ ਸ਼ਿਰੋਮਨ ਦੌਲਤ ਖਾਨਾ, ਸੇਵੇ ਜਾਹੇ ਸ਼ੁਵਟ ਬਿਦ ਨਾਨਾ। ਤੇ ਕਹਿੰਦੇ ਸਾਰਿਆਂ ਦਾ ਮੁਖੀ ਹੁਣ ਦੌਲਤ ਖਾਂ ਲੋਧੀ ਹੈ, ਨਵਾਬ। ਤੇ ਸਾਰੇ ਜਿਹੜੇ ਬਲਵਾਨ ਆਉਂਦੇ ਨੇ, ਜਿਹੜੇ ਵੀ ਵੱਡੇ ਵੱਡੇ ਸੂਰਮੇ ਆਉਂਦੇ ਨੇ, ਕਹਿੰਦੇ ਕਈ ਪ੍ਰਕਾਰ ਦੇ ਨਾਲ, ਵੱਖ-ਵੱਖ ਤਰੀਕਿਆਂ ਦੇ ਨਾਲ ਉਸ ਨਵਾਬ ਦੌਲਤ ਖਾਂ ਲੋਧੀ ਨੂੰ ਜਿਹੜਾ ਤਖਤ ਤੇ ਬੈਠਾ, ਉਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸਲਾਮਾਂ ਕਰਦੇ ਸਨ। ਤਹਾਂ ਹੋਏ ਠਾਡੇ ਸੁਖ ਧਾਮਾ, ਬਿਦਨੀ ਕੀ ਸੋ ਕੀਨ ਸਲਾਮਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੀ ਹੁਣ ਉਸ ਅਸਥਾਨ ਦੇ ਉੱਤੇ ਪਹੁੰਚ ਗਏ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਤਰੀਕੇ ਦੇ ਨਾਲ ਹੁਣ ਨਵਾਬ ਦੌਲਤ ਖਾਂ ਲੋਧੀ ਦਾ ਸਤਿਕਾਰ ਕਰਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ। ਸ੍ਰੀ ਗੁਰੂ ਦਿਸ਼ ਨਿਰਪਦ੍ਰਿਸ਼ਟ ਬੇਲੋਕੀ, ਜਾਂ ਕੀਮਤ ਸ਼ਰਧਾ ਤੇ ਫੋਕੀ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਉਸ ਸਭਾ ਦੇ ਵਿੱਚ ਪਹੁੰਚਦੇ ਨੇ,
ਤੇ ਜਿਹੜੀ ਨਵਾਬ ਦੀ ਮੱਤ ਹੁਣ ਸ਼ਰਧਾ ਤੋਂ ਕੋਰੀ ਹੈ, ਜਿਸ ਨਵਾਬ ਦੀ ਮੱਤ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਹੁਣ ਸ਼ੰਕੇ ਪੈਦਾ ਹੋਏ ਨੇ, ਚੁਗਲਖੋਰਾਂ ਦੀਆਂ ਚੁਗਲੀਆਂ ਸੁਣ ਕੇ ਮਨ ਦੇ ਵਿੱਚ ਭਰਮ ਪੈਦਾ ਹੋਏ ਨੇ, ਤੇ ਉਹ ਨਵਾਬ ਖਾਂ ਦੌਲਤ ਕਹਿੰਦੇ ਸ਼ਰਧਾ ਤੋਂ ਕੋਰਾ ਹੈ, ਬੂਝਤ ਭਾ ਤੁਮਾਰ ਕੋ ਨਾਮਾ, ਭਣੀਏ ਭੋ ਮੋਦੀ ਅਬੇ ਰਾਮਾ। ਤੇ ਹੁਣ ਨਵਾਬ ਦੌਲਤ ਖਾਂ ਲੋਧੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖਿਆ ਤੇ ਫਿਰ ਸਵਾਲ ਕੀਤਾ ਵੀ ਭਾਈ ਤੁਹਾਡਾ ਕੀ ਨਾਮ ਹੈ? ਕਹਿੰਦੇ ਹੇ ਸੁੰਦਰ ਮੋਦੀ, ਤੁਸੀਂ ਮੈਨੂੰ ਆਪਣਾ ਸਭ ਤੋਂ ਪਹਿਲਾਂ ਨਾਮ ਦੱਸਣਾ ਕਰੋ। ਕਮਲ ਨੈਣ ਸੁਣ ਗਿਰਾ ਉਚਾਰੀ, ਆਹੇ ਨਾਮ ਨਾਨਕ ਨਿਰੰਕਾਰੀ। ਫਿਰ ਕਮਲ ਨੈਣ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਵਚਨ ਆਖੇ ਨੇ ਵੀ ਮੇਰਾ ਨਾਮ ਨਾਨਕ ਨਿਰੰਕਾਰੀ ਹੈ। ਮੈਂ ਨਹਿ ਸਮਝਿਓ ਕਹਿਓ ਤੁਮਾਰੋ, ਸੰਗ ਮਾਏ ਨੇ ਫੇਰਿਓ ਚਾਰੋ। ਨਵਾਬ ਦੌਲਤ ਖਾਂ ਲੋਧੀ ਕਹਿੰਦੇ ਵੀ ਮੈਂ ਨਹੀਂ ਸਮਝਿਆ ਵੀ ਤੁਸੀਂ ਕੀ ਆਖਿਆ, ਮੈਂ ਨਹੀਂ ਤੁਹਾਡੇ ਨਾਮ ਨੂੰ ਸਮਝ ਸਕਿਆ ਜਿਹੜਾ ਤੁਸੀਂ ਨਾਮ ਦੱਸਿਆ ਹੈ ਨਾ। ਕਹਿੰਦੇ ਕਿਰਪਾ ਕਰਕੇ ਇਹਨੂੰ ਅਰਥਾਂ ਦੇ ਸਾਹਿਤ, ਅਰਥਾਂ ਸਮੇਤ ਇਹ ਉਚਾਰਨ ਕਰੋ। ਤਬ ਜੈ ਰਾਮ ਬੋਲਿਓ ਮਤਸਾਲੀ, ਬੀਚ ਪਾਰਸੀ ਰੀਤ ਸੰਭਾਲੀ। ਹੁਣ ਫਿਰ ਜੈ ਰਾਮ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੇ ਅਰਥ ਕਰਕੇ ਸੁਣਾਉਂਦੇ ਨੇ। ਬੀਚ ਪਾਰਸੀ ਰੀਤ ਸੰਭਾਲੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੇ ਅਰਥ ਕਰਦਿਆਂ ਹੋਏ ਆਖਦੇ ਨੇ, ਕਹਿੰਦੇ ਜੋ ਨਿਰਸੰਦੇਹ ਹੈ, ਜਿਹਨੂੰ ਕਿਸੇ ਦੇ ਨਾਲ ਨੇ ਨਹੀਂ ਹੈ, ਜੋ ਅਦੁੱਤੀ ਹੈ, ਬੇਸ਼ੁਬਾਹ ਜੋ ਬਿਨਾ ਨਮੂਨੇ, ਵੇਚ ਗੁਣ ਜੈਦਾ ਵੇਚੂਨੇ। ਕਹਿੰਦੇ ਜੋ ਅਮੋਲਕ ਹੈ, ਜਿਹੜਾ ਕਿਸੇ ਵੀ ਮੁੱਲ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ। ਕਹਿੰਦੇ ਜਿਹੜਾ ਰੂਪ ਤੋਂ ਰਹਿਤ ਹੈ, ਵੇਚ ਗੁਣ ਜੈਦਾ ਵੇਚੂਨੇ। ਕਹਿੰਦੇ ਜੋ ਕਾਰਨ ਤੋਂ ਰਹਿਤ ਹੈ ਤੇ ਉਹੀ ਬੇਮਿਸਾਲ ਖੁਦਾ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਨਕ ਪਦ ਦੇ ਅਰਥ ਕਰਦੇ ਹੋਏ ਜੈ ਰਾਮ ਜੀ ਆਖਦੇ ਨੇ ਵੀ ਖੁਦਾ ਦਾ ਰੂਪ ਨੇ। ਖੁਦਾ ਦੇ ਗੁਣ ਬਿਆਨ ਕਰਦੇ ਕਰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਸਮਝਦੇ ਨੇ। ਜਿੱਥੇ ਜੈ ਰਾਮ ਜੀ ਦੇ ਮਨ ਦੇ ਵਿੱਚ ਸ਼ਰਧਾ ਹੈ ਨਾ, ਤੇ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਰਮੇਸ਼ਰ ਦਾ ਸਰੂਪ ਕਰਕੇ ਜਾਣਿਆ ਹੈ। ਜਿਹੜੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਨੇ, ਜਿਨ੍ਹਾਂ ਨੇ ਵੀ ਪਾਤਸ਼ਾਹ ਜੀ ਦੀ ਸੰਗਤ ਕੀਤੀ ਹੈ ਨਾ, ਉਹ ਇਸੇ ਦਰ ਦੇ ਹੋ ਕੇ ਰਹਿ ਗਏ। ਫਿਰ ਉਹਨਾਂ ਨੂੰ ਕਿਸੇ ਹੋਰ ਦਰ ਦੇ ਉੱਤੇ ਜਾ ਕੇ ਝੁਕਣ ਦੀ ਲੋੜ ਨਹੀਂ ਪਈ। ਤੇ ਜੈ ਰਾਮ ਜੀ ਹੁਣ ਆਖਦੇ ਨੇ ਵੀ ਇਹ ਤਾਂ ਅੱਲਾਹ ਤਾਲਾ ਦਾ ਰੂਪ ਨੇ। ਜਿਵੇਂ ਉਹ ਖੁਦਾ ਬੇਮਿਸਾਲ ਹੈ, ਕਹਿੰਦੇ ਇਹਨਾਂ ਦੀ ਵੀ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ। ਇਹਨਾਂ ਨੂੰ ਵੀ ਕਿਸੇ ਰੂਪ ਦੇ ਵਿੱਚ ਬੰਨਿਆ ਨਹੀਂ ਜਾ ਸਕਦਾ। ਇਹਨਾਂ ਦਾ ਵੀ ਕੋਈ ਆਕਾਰ ਨਹੀਂ ਹੈ। ਕਹਿੰਦੇ ਕਿਸੇ ਵੀ ਸ਼ਬਦਾਂ ਦੇ ਨਾਲ ਇਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਨਾ ਹੀ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਉਸ ਖੁਦਾ ਦੇ ਵਾਂਗ ਕਿਸੇ ਵੀ ਚੀਜ਼ ਦੇ ਨਾਲ ਮੋਹ ਹੈ। ਕਿਸੇ ਚੀਜ਼ ਦੇ ਨਾਲ ਵੀ ਇਹਨਾਂ ਦਾ ਨੇਹ ਨਹੀਂ ਹੈ। ਨੇਤ ਨੇਤ ਕਹਿ ਭੇਦ ਕਤੇਬਾ, ਲਖਿਓ ਨਾ ਕਿਨਹੂ ਕਰਤ ਹਸੇਬਾ। ਤੇ ਕਹਿੰਦੇ ਜਿਵੇਂ ਉਸ ਖੁਦਾ ਨੂੰ ਇਸਲਾਮ ਮਤ ਦੀਆਂ ਜਿੰਨੀਆਂ ਵੀ ਕਿਤਾਬਾਂ ਨੇ ਬੇਅੰਤ ਤਰੀਕੇ ਦੇ ਨਾਲ ਬਿਆਨ ਕੀਤਾ, ਤੇ ਉਸ ਖੁਦਾ ਨੂੰ ਬੇਅੰਤ ਮੰਨਦੀਆਂ ਨੇ, ਆਖਦੀਆਂ ਨੇ ਵੀ ਖੁਦਾ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਵੇਦਾਂ ਦੇ ਵਿੱਚ ਜਾਂ ਇਸਲਾਮ ਮਤ ਦੀਆਂ ਕਿਤਾਬਾਂ ਦੇ ਵਿੱਚ ਉਸ ਖੁਦਾ ਨੂੰ ਬੇਅੰਤ ਆਖਿਆ ਗਿਆ ਹੈ। ਕਰਨਹਾਰ ਤਾਂ ਸਿਫਤੀ ਬੰਦਾ, ਮੋਹੇ ਕਹਿ ਨਾਨਕ ਸੁਖ ਕੰਦਾ। ਕਹਿੰਦੇ ਜਿਵੇਂ ਉਸ ਖੁਦਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਹਿੰਦੇ ਇਸੇ ਤਰ੍ਹਾਂ ਉਸ ਦੀ ਸਿਫਤ ਕਰਨਹਾਰਾ, ਸੁੱਖਾਂ ਦਾ ਦਾਤਾ ਨਾਨਕ ਹੈ। ਜਿਵੇਂ ਅਸੀਂ ਪਰਮਾਤਮਾ ਦੀ ਸਿਫਤ ਕਰਦੇ ਆ ਨਾ, ਖੁਦਾ ਦੀ ਸਿਫਤ ਕਰਦੇ ਆ, ਸਾਨੂੰ ਪਤਾ ਵੀ ਉਸ ਖੁਦਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਅਸੀਂ ਫਿਰ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਨਵਾਜ਼ਾਂ ਪੜ੍ਹ ਕੇ ਉਹਨੂੰ ਯਾਦ ਕਰਦੇ ਆ, ਉਹਨੂੰ ਆਪਣੀ ਸੁਰਤ ਦੇ ਵਿੱਚ ਚੇਤੇ ਕਰਦੇ ਆ। ਇਸੇ ਤਰ੍ਹਾਂ ਸੁੱਖਾਂ ਦਾ ਦਾਤਾ ਨਾਨਕ ਹੈ, ਤੇ ਇਸ ਦਾ ਵੀ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ। ਬਿਗਸਾ ਬਹੁ ਨਵਾਬ ਸੁਨ ਬਾਣੀ, ਮਤ ਜਾ ਕੀ ਵਿਸ਼ਿਆਂ ਲਪਟਾਨੀ। ਹੁਣ ਨਵਾਬ ਜੈ ਰਾਮ ਜੀ ਨੇ ਗੱਲ ਸੁਣੀ, ਜਿਹੜੀ ਭਾਈ ਜੈ ਰਾਮ ਜੀ ਨੇ ਅਰਥ ਕੀਤੇ ਨੇ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੇ ਪਦ ਦੇ ਅਰਥ ਕਰਕੇ ਜੈ ਰਾਮ ਜੀ ਨੇ ਭਾਈ
ਨਵਾਬ ਦੌਲਤ ਖਾਂ ਲੋਧੀ ਨੂੰ ਸਮਝਾਉਣਾ ਕੀਤਾ। ਨਵਾਬ ਦੌਲਤ ਖਾਂ ਲੋਧੀ ਜਿਹੜਾ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਰਸਿਆ ਹੋਇਆ ਸੀ, ਜਦੋਂ ਇਸ ਨਾਨਕ ਪਦ ਦੇ ਅਰਥ ਸਮਝੇ ਤਾਂ ਉਸ ਦੇ ਮਨ ਦੇ ਵਿੱਚ ਵੀ ਬਹੁਤ ਖੁਸ਼ੀ ਪ੍ਰਗਟ ਹੋਈ ਹੈ। ਮਹਾਮੰਦ ਮਤ ਜਾਣੇ ਨਾਹੀ, ਏ ਕਰਤਾਰ ਰੂਪ ਪਬ ਮਾਹੀ। ਤੇ ਹੁਣ ਭਾਈ ਜੈ ਰਾਮ ਜੀ ਆਖਦੇ ਨੇ, ਕਹਿੰਦੇ ਜਿਹੜੇ ਮੂਰਖ ਨੇ ਨਾ, ਜਿਹੜੇ ਚੁਗਲੀਆਂ ਕਰਨ ਆਉਂਦੇ ਨੇ, ਕਹਿੰਦੇ ਉਹਨਾਂ ਨੂੰ ਇਸ ਗੱਲ ਦੀ ਹੁਣ ਸਮਝ ਨਹੀਂ ਵੇ, ਕਹਿੰਦੇ ਇਹ ਤਾਂ ਸੰਸਾਰ ਦੇ ਵਿੱਚ ਕਰਤਾਰ ਦਾ ਰੂਪ ਲੈ ਕੇ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਹੁਣ ਇਹ ਨਾਨਕ ਪਦ ਦੇ ਅਰਥ ਕਰਦੇ ਕਰਦੇ ਨਵਾਬ ਦੌਲਤ ਖਾਂ ਲੋਧੀ ਨੂੰ ਸਮਝਾਉਣਾ ਕਰਦੇ ਨੇ। ਇੱਥੋਂ ਤੱਕ ਦੀਆਂ ਵਿਚਾਰਾਂ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਇਹ ਨਾਨਕ ਪਦ ਦੇ ਅਰਥ ਭਾਈ ਜੈ ਰਾਮ ਜੀ ਨਵਾਬ ਦੌਲਤ ਖਾਂ ਲੋਧੀ ਨੂੰ ਕਰਕੇ ਸਮਝਾਉਣਾ ਕਰਦੇ ਨੇ, ਪਾਤਸ਼ਾਹ ਜੀ ਦੇ ਗੁਣ ਸਮਝਾਉਣਾ ਕਰਦੇ ਨੇ। ਤੇ ਅਗਲੇਰੀ ਜੋ ਨਵਾਬ ਦੌਲਤ ਖਾਂ ਲੋਧੀ ਦੇ ਨਾਲ ਵਿਚਾਰ ਚਰਚਾ ਹੁੰਦੀ, ਕਿਸ ਤਰ੍ਹਾਂ ਹਿਸਾਬ ਕਿਤਾਬ ਕੀਤਾ ਜਾਂਦਾ, ਕਿਸ ਤਰ੍ਹਾਂ ਪਾਤਸ਼ਾਹ ਜੀ ਸਾਰਿਆਂ ਦੇ ਸ਼ੰਕਿਆਂ ਨੂੰ ਦੂਰ ਕਰਦੇ ਨੇ, ਉਹ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਾ ਹੈ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।